विधवा कस ना भई महतारी। जह नर राम भगत न साधी। जनमत कस नाम मोह अपराधी। रहाओ मुच मुच गर्भ गए कीन बचिया। बुढ़ पुज रूप जीवै जग मजिया। कहो कबीर जैसे सुंदर स्वरूप। नाम बिना जैसे कुबज करूप। नाम बिना नाम बिना नाम बिना नहीं जीवे अजाय। वड्डे भाग गुरमुख हर पाए। नाम बिना नहीं जीवे जाए। नाम जपो मेरे साजन सेना। नाम बिना मैं अवर न कोई। वड्डे भाग गुरमुख हर लेना। वड्डे भाग गुरमुख हर लेना। नाम बिना जो पहरे खाए। ज्यों कुकर जूठन मुँह पाए। नामहीन कालख मुख माया। नाम बिना त्रिग त्रिग जीवाया। वड्डा वड्डा हर भाग कर पाया। नानक गुरमुख नाम दिवाया। ज़हरा ज़हूर हाजरा हजूर सर्व कला भरपूर समरथ गुरु। लोक परलोक दे रखियक भगत वशल ज्ञान दे सागर। समरथ प्रतख सतगुरु। सतगुरां भगतां भट्टां सिखां दी बाणी और बाणी स्वरूप जोत। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी देश प्रदेश जुड़ रही साध संगत जी। धनता दे योग आप सब असी सारे वडभागी हाँ, वड्डियां भागां वाले हाँ, जिन्हां नूं जीवन सवास मिले हुए ने।
ਜਿਨ੍ਹਾਂ ਦੇ ਕੋਲ ਸਵਾਸ ਨਹੀਂ ਰਹੇ, ਜੀਵਨ ਨਹੀਂ ਰਿਹਾ, ਉਹ ਇਸ ਸੰਸਾਰ ਤੋਂ ਚਲੇ ਗਏ। ਉਹਨਾਂ ਦਾ ਕੁਝ ਵੀ ਫਿਰ ਸਵਰਿਆ ਨਹੀਂ। ਉਹਨਾਂ ਨੂੰ ਮਜਬੂਰਨ ਇਸ ਸੰਸਾਰ ਤੋਂ ਜਾਣਾ ਪਿਆ ਜਾਂ ਤੋਰਨਾ ਪਿਆ। ਜਿਨ੍ਹਾਂ ਦੇ ਸਵਾਸ ਰੁਕ ਗਏ, ਬੰਦ ਹੋ ਗਏ, ਮੁੱਕ ਗਏ, ਸਰੀਰ ਸ਼ਾਂਤ ਹੋ ਗਿਆ, ਉਹਨਾਂ ਨੂੰ ਮਜਬੂਰਨ ਵਿਦਾ ਕਰਨਾ ਪਿਆ। ਅਰਥੀ ਰਾਹੀਂ, ਜਨਾਜ਼ੇ ਰਾਹੀਂ ਦਫਨ ਕਰਕੇ ਸਾੜ ਕੇ। ਜਿਸ ਦੇ ਕੋਲ ਸਵਾਸ ਹਨ, ਜਿਸ ਦਾ ਸਰੀਰ ਅਜੇ ਤੱਕ ਚੱਲ ਰਿਹਾ, ਕਾਇਮ ਹੈ, ਔਰ ਸਾਰਾ ਹੀ ਸਿਸਟਮ ਜਿਹੜਾ ਹੈ ਉਹ ਬਿਲਕੁਲ ਸਹੀ ਹੈ, ਤੇ ਉਹਦੇ ਲਈ ਫਿਰ ਮੌਕਾ ਹੈ, ਉਹਦੇ ਲਈ ਫਿਰ ਇੱਕ ਸਮਾਂ ਹੈ। ਕਾਹਦਾ? ਦੁਨੀਆ ਦੇ ਕੀ ਰਸ ਭੋਗਣ ਦਾ ਸਮਾਂ, ਕਿ ਦੁਨੀਆ ਦੇ ਪਦਾਰਥ ਵੱਧ ਤੋਂ ਵੱਧ ਇਕੱਠਾ ਕਰਨ ਦਾ ਸਮਾਂ, ਕਿ ਜੀਵਨ ਦੇ ਵਿੱਚ ਵੱਧ ਤੋਂ ਵੱਧ ਪ੍ਰਾਪਰਟੀ ਖਰੀਦਣ ਦਾ ਸਮਾਂ, ਕਿ ਬਹੁਤਾ ਧਨ ਜਿਹੜਾ ਉਹ ਇਕੱਠਾ ਕਰਨ ਦਾ ਸਮਾਂ ਨਹੀਂ। ਮਹਾਰਾਜ ਜੀ ਫਰਮਾਨ ਕਰਦੇ, ਇਹ ਤੇਰਾ ਸਮਾਂ ਜਿਹੜਾ ਹੈ ਇਹ ਬੰਦਾ ਬਣਨ ਦਾ ਸਮਾਂ। ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਤੇਰਾ ਰੱਬ ਦਾ ਦਾਸ, ਰੱਬ ਦਾ ਗੋਲਾ, ਰੱਬ ਦਾ ਪਿਆਰਾ, ਰੱਬ ਦਾ ਚਾਕਰ, ਰੱਬ ਦੇ ਚਰਨਾਂ ਦੀ ਧੂੜ ਦਾਸ, ਇਹ ਬਣਨ ਦਾ ਸਮਾਂ, ਨਾ ਕਿ ਸਤਸੰਗ ਜੀ ਅਮੀਰ ਬਣਨ ਦਾ ਸ਼ੌਂਕ ਲਗਭਗ ਸਾਰਿਆਂ ਨੂੰ ਹੀ ਹੁੰਦਾ ਹੈ। ਚੰਗਾ ਪਹਿਨਣ ਦਾ, ਚੰਗਾ ਰਹਿਣ ਦਾ, ਚੰਗਾ ਖਾਣ ਦਾ ਜਿਹੜਾ ਸ਼ੌਂਕ ਹੈ, ਉਹ ਵੀ ਅਕਸਰ ਕੋਈ ਇੱਕ ਅੱਧੇ ਨੂੰ ਛੱਡ ਕੇ ਸਾਰਿਆਂ ਨੂੰ ਹੁੰਦਾ ਹੈ। ਪਰ ਗੁਰਬਾਣੀ ਸਾਨੂੰ ਦੱਸਦੀ ਹੈ ਵੀ ਤੈਨੂੰ ਜ਼ਿੰਦਗੀ ਦੇ ਵਿੱਚ ਕਿਹੜਾ ਸ਼ੌਂਕ ਰੱਖਣਾ ਚਾਹੀਦਾ ਹੈ। ਬਸ ਮਨ ਚਾਉ ਪਿਆ, ਪ੍ਰਭ ਆਗਮ ਸੁਣਿਆ, ਮਨ ਬਹਿਰਾਗ ਪਿਆ, ਦਰਸ਼ਨ ਦੇਖਣੇ ਕਾ ਚਾਉ। ਇਹ ਜਿਹੜਾ ਚਾਉ ਹੋਣਾ ਚਾਹੀਦਾ ਹੈ ਦਰਸ਼ਨ ਦੀਦਾਰ ਦਾ, ਮਹਾਰਾਜ ਜੀ ਨੂੰ ਮਿਲਣ ਦਾ ਮਤਲਬ ਕੁਝ ਸੁਣਨ ਦਾ, ਕੁਝ ਸੁਣਾਉਣ ਦਾ, ਕੁਝ ਗ੍ਰਹਿਣ ਕਰਨ ਦਾ। ਸੋ ਇਹ ਇਸ ਤਰ੍ਹਾਂ ਦਾ ਸਮਾਂ। ਸੋ ਇਸ ਸਮੇਂ ਨੂੰ ਜੋ ਸਫਲ ਕਰ ਰਿਹਾ ਵੀ ਉਹ ਵੱਡਿਆਂ ਭਾਗਾਂ ਵਾਲਾ ਹੈ, ਉਹ ਕਰਮਾਂ ਵਾਲਾ ਹੈ, ਉਹ ਚੰਗਾ ਹੈ, ਉਹ ਕਾਲ ਤੋਂ ਬਚਿਆ ਹੋਇਆ ਹੈ, ਉਹ ਪੰਜਾਂ ਤੋਂ ਬਚਿਆ ਹੋਇਆ ਹੈ, ਦੁਬਤਾ ਤੋਂ, ਭਰਮ ਤੋਂ ਬਚਿਆ ਹੋਇਆ ਹੈ, ਜਿਹੜਾ ਸੱਤ ਦੀ ਸੰਗਤ ਕਰ ਰਿਹਾ ਹੈ। ਸੋ ਇਸ ਲਈ ਆਓ ਗੁਰੂ ਮਹਾਰਾਜ ਜੀ ਦਇਆ ਕਰਨ, ਮਿਹਰ ਕਰਨ, ਸਾਨੂੰ ਸੋਝੀ ਦੇਣ, ਔਰ ਸਾਨੂੰ ਪਤਾ ਲੱਗ ਜਾਏ ਵੀ ਜੀਵਨ ਦਾ ਮਨੋਰਥ ਕੀ ਹੈ। ਪ੍ਰਭ ਇਹ ਹੈ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ। ਪ੍ਰਭ ਇਹ ਹੈ ਮਨੋਰਥ ਮੇਰਾ। ਤੂੰ ਆਪਣੇ ਸਤਿਗੁਰ ਦਾ ਜਾਂ ਸਤਿਗੁਰ ਦੇ ਪਿਆਰਿਆਂ ਦਾ ਦਾਸ ਬਣ ਕੇ ਜੀਵਨ ਬਤੀਤ ਕਰ। ਇਹ ਜਿਹੜਾ ਇਹ ਹੀ ਤੇਰੀ ਜਿਹੜੀ ਹੈ ਜੀਵਨ ਦੀ ਪ੍ਰਾਪਤੀ ਹੋਏਗੀ, ਜੀਵਨ ਦਾ ਲਕਸ਼ ਹੋਏਗਾ। ਸਾਰਾ ਕੁਝ ਮਿਲਣ ਤੋਂ ਬਾਅਦ ਮਨੁੱਖ ਖੁਸ਼ ਨਹੀਂ ਹੁੰਦਾ। ਬਹੁਤ ਕੁਝ ਪ੍ਰਾਪਤ ਹੋਣ ਤੋਂ ਬਾਅਦ ਵੀ ਮਨੁੱਖ ਪੂਰਨ ਪ੍ਰਸੰਨ ਖੁਸ਼ ਨਹੀਂ ਹੁੰਦਾ। ਸੰਸਾਰ ਦੀ ਚੀਜ਼ ਕੋਈ ਵੀ ਨਾ ਮਿਲੇ, ਪਦਾਰਥ ਕੋਈ ਵੀ ਨਾ ਮਿਲੇ,
ਪਰਮੇਸ਼ਰ ਮਿਲ ਜਾਏ ਤੇ ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ, ਆਨੰਦ ਵਿੱਚ ਰਹਿੰਦਾ। ਸੋ ਆਓ ਮਹਾਰਾਜ ਜੀ ਮਿਹਰ ਕਰਨ, ਕਿਰਪਾ ਕਰਨ। ਸੋ ਲੜੀਵਾਰ ਸ਼ਬਦ ਦੀ ਵਿਚਾਰ ਜੋ ਹੈ ਆਰੰਭ ਕਰਦੇ ਹਾਂ। ਆਪ ਜੀ ਨੇ ਪੂਰੀਆਂ ਪੰਕਤੀਆਂ ਜਿਹੜੀਆਂ ਨੇ ਉਹ ਸਰਵਣ ਕਰ ਲਈਆਂ ਹਨ ਔਰ ਭਗਤ ਕਬੀਰ ਜੀ ਦੀ ਬਾਣੀ ਅਸੀਂ ਵਿਚਾਰ ਰਹੇ ਹਾਂ ਕੁਝ ਦਿਨਾਂ ਤੋਂ। ਆਓ ਭਗਤ ਕਬੀਰ ਜੀ ਦੀ ਬਾਣੀ ਦਾ ਜੋ ਇੱਕ ਹੋਰ ਸ਼ਬਦ ਹੈ, ਅੱਜ ਦਾ ਲੜੀਵਾਰ ਸ਼ਬਦ, ਉਸ ਦੀ ਵਿਚਾਰ ਕਰਦੇ ਹਾਂ। ਭਗਤ ਕਬੀਰ ਜੀ ਨੇ ਸਾਨੂੰ ਸਤਸੰਗਤ ਜੀ ਜਗਾਇਆ। ਭਗਤ ਕਬੀਰ ਜੀ ਨੇ ਸਾਨੂੰ ਜਗਾਇਆ ਔਰ ਚੋਟਾਂ ਮਾਰੀਆਂ ਹਨ। ਚੋਟਾਂ, ਜਿਹੜਾ ਚੋਟਾਂ ਸਹਿਣ ਲਈ ਤਿਆਰ ਹੈ ਭਈ ਉਹਦਾ ਕੁਛ ਬਣ ਜਾਏਗਾ। ਜੋ ਚੋਟਾਂ ਖਾਣ ਲਈ ਤਿਆਰ ਨਹੀਂ ਉਹਦਾ ਕੱਖ ਨਹੀਂ ਬਣੇਗਾ। ਲੋਹੇ ਤੇ ਸੱਟ ਮਾਰੋ, ਲੋਹੇ ਨੂੰ ਕੁੱਟੋ, ਲੋਹੇ ਨੂੰ ਲਾਲ ਕਰੋ। ਲੋਹੇ ਨੂੰ ਮਸ਼ੀਨਾਂ ਰਾਹੀਂ ਰੂਪ ਦਿੱਤਾ ਜਾਂਦਾ ਹੈ। ਲੋਹਾਰ ਲੋਹੇ ਨੂੰ ਕੁੱਟ-ਕੁੱਟ ਕੇ ਭੱਠੀ ਵਿੱਚ ਲਾਲ ਕਰਕੇ ਉਹਨੂੰ ਕਈ ਰੂਪਾਂ ਦੇ ਵਿੱਚ ਤਿਆਰ ਕਰਦਾ ਹੈ। ਹਥਿਆਰ ਦੇ ਰੂਪ ਦੇ ਵਿੱਚ, ਖੇਤੀ ਦੇ ਸੰਦਾਂ ਦੇ ਰੂਪ ਦੇ ਵਿੱਚ, ਹੋਰ ਕਈ ਚੀਜ਼ਾਂ ਦੇ ਰੂਪ ਦੇ ਵਿੱਚ, ਹਥਿਆਰਾਂ ਦੇ ਰੂਪ ਦੇ ਵਿੱਚ ਇੱਕ ਲੋਹੇ ਨੂੰ ਕੁੱਟ-ਕੁੱਟ ਕੇ ਉਹ ਤਿਆਰ ਕਰਦਾ ਹੈ। ਜੇ ਕੋਈ ਕੁੱਟ ਨਹੀਂ ਖਾਣਾ ਚਾਹੁੰਦਾ, ਕੁੱਟ ਤੋਂ ਹੀ ਡਰਦਾ ਹੈ, ਉਹ ਮਨੁੱਖ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜਿਹੜਾ ਕਿਸੇ ਦੀ ਕਈ ਗੱਲ ਦਾ ਗੁੱਸਾ ਕਰਦਾ ਹੈ, ਜਿਹੜਾ ਕਿਸੇ ਦੀ ਨਸੀਹਤ ਨੂੰ ਪ੍ਰਵਾਨ ਨਹੀਂ ਕਰਦਾ ਜਾਂ ਕੋਈ ਹਦਾਇਤ ਨੂੰ ਫੋਲੋ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ, ਤੇ ਸਤਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਉਹ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਸੋ ਭਗਤ ਕਬੀਰ ਜੀ ਦਾ ਸ਼ਬਦ ਹੈ ਗੌੜੀ ਕਬੀਰ ਜੀ, ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 328 ਦੇ ਉੱਪਰ ਇਹ ਸ਼ਬਦ ਅੰਕਿਤ ਹੈ। ਜਹ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਭਈ ਮਹਤਾਰੀ। ਪੰਕਤੀ ਹੈ ਪਹਿਲੀ ਆਰੰਭ ਦੀ ਵੀ ਉਹ ਖਾਨਦਾਨ, ਉਹ ਕੁਲ, ਉਹ ਮਾਂ, ਉਹ ਕੁੱਖ। ਭਗਤ ਕਬੀਰ ਜੀ ਕਹਿੰਦੇ ਨੇ ਜੇ ਉਸ ਘਰ ਦੇ ਵਿੱਚ, ਕੁੱਖ ਦੇ ਵਿੱਚ, ਮਾਂ ਦੇ ਘਰ ਵਿੱਚ ਜੇ ਕੋਈ ਸੂਰਮਾ ਭਗਤ ਰੱਬ ਦਾ ਪਿਆਰਾ ਪੈਦਾ ਨਹੀਂ ਹੋਇਆ ਤੇ ਉਹ ਮਾਂ ਉਸ ਪੁੱਤ ਜਾਂ ਧੀ ਤੋਂ ਬਗੈਰ ਹੀ ਰਹਿੰਦੀ ਤੇ ਖਰਾ ਸੀ, ਚੰਗਾ ਸੀ, ਚੰਗਾ ਸੀ। ਇਹ ਤੇ ਪਦ ਦੇ ਅਰਥ ਹੋ ਗਏ ਨਾ, ਭਾਵ ਅਰਥ ਧੌਲ ਧਰਮ ਦਇਆ ਕਾ ਪੂਤ। ਦਇਆ ਨੂੰ ਮਾਂ ਕਹਿੰਦੇ ਨੇ ਤੇ ਮਾਂ ਤੋਂ ਪੈਦਾ ਹੁੰਦਾ ਕਿ ਪੁੱਤਰ ਜਾਂ ਧਰਮ ਕਹਿ ਲਈਏ। ਜਿਸ ਦੇ ਜੀਵਨ ਦੇ ਵਿੱਚ ਸਤ ਨਹੀਂ ਹੈ, ਜਿਸ ਦੇ ਜੀਵਨ ਦੇ ਵਿੱਚ ਸੱਚ ਜਾਂ ਪੁੰਨ ਨਹੀਂ ਹੈ, ਦਇਆ ਨਹੀਂ ਹੈ, ਪਰਉਪਕਾਰ ਨਹੀਂ ਹੈ, ਰੱਬ ਨੂੰ ਯਾਦ ਕਰਨਾ ਨਹੀਂ ਹੈ, ਰੱਬ ਦਾ ਸ਼ੁਕਰਾਨਾ ਨਹੀਂ ਹੈ, ਸਭ ਨੂੰ ਪਿਆਰ ਕਰਨ ਦੀ ਬਿਰਤੀ ਨਹੀਂ ਹੈ, ਉਸ ਨੂੰ ਬਾਣੀ ਦੇ ਵਿੱਚ ਪਸ਼ੂ ਆਖੇ, ਪਸ਼ੂਆਂ ਤੋਂ ਵੀ ਮਾੜੇ ਆਖੇ। ਪਸ਼ੂ ਕਰੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾ ਵੀ ਹੁਣ ਆਦਮੀ ਤ੍ਰਿਗ ਜੀਵਨ ਕਰਮ ਕਰੇ। ਸੋ ਜਿਸ ਕੁਲ ਦੇ ਵਿੱਚ ਤੇ ਜਿਸ ਕੁਲ ਦੇ ਵਿੱਚ ਭਗਤ ਸੂਰਮਾ ਗੁਰੂ ਰੱਬ ਦਾ ਪਿਆਰਾ ਜੰਮਦਾ ਹੈ ਨਾ, ਜਿਸ ਕੁੱਖ ਤੋਂ ਵੀ ਜੰਮਦਾ ਉਹਨੂੰ ਕਹਿੰਦੇ ਨੇ ਧੰਨ ਧੰਨ ਪਿਤਾ, ਧੰਨ ਧੰਨ ਮਾਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਮਤਲਬ ਉਹ ਸਾਰੇ ਹੀ ਸਤਿਕਾਰਯੋਗ ਹੁੰਦੇ ਨੇ, ਸਾਰੇ ਹੀ ਰੱਬ ਦੇ ਪਿਆਰੇ ਹੁੰਦੇ ਨੇ। ਜਿਸ ਕੁਲ ਦੇ ਵਿੱਚ ਸਾਰਿਆਂ ਨੂੰ ਸ਼ਾਬਾਸ਼ ਦਿੱਤੀ ਜਾ ਰਹੀ ਹੈ, ਸਾਰਿਆਂ ਨੂੰ ਚੰਗਾ ਕਿਹਾ ਜਾ ਰਿਹਾ, ਜਿਸ ਘਰ ਵਿੱਚ, ਜਿਸ ਕੁਲ ਵਿੱਚ, ਜਿਸ ਕੁੱਖ ਦੇ ਵਿੱਚੋਂ
ਰੱਬ ਦਾ ਪਿਆਰਾ ਕੋਈ ਭਗਤ ਸੂਰਮਾ ਯੋਧਾ ਨਾਮ ਨੂੰ ਜਪਣ ਵਾਲਾ, ਪਰਉਪਕਾਰ ਕਰਨ ਵਾਲਾ, ਪੁੰਨ ਦਾਨ ਦਇਆ ਕਰਨ ਵਾਲਾ ਜੀਵ ਜੰਮਦਾ ਜਾਂ ਜਨਮ ਲੈਂਦਾ। ਤੇ ਜਿਹੜਾ ਨਹੀਂ ਇਸ ਤਰ੍ਹਾਂ ਦਾ, ਜਿਹੜਾ ਨਿਕੰਮਾ ਆਉਂਦਾ, ਨਿਕੰਮਾ ਰਹਿੰਦਾ, ਜਿਸ ਨੇ ਸਿਰਫ ਖਾ ਛੱਡਣਾ ਤੇ ਸੌਂ ਛੱਡਣਾ, ਉਸ ਨੂੰ ਕਹਿੰਦੇ ਨਿਕੰਮਾ, ਕੰਮ ਕੋਈ ਨਹੀਂ ਕਰਨਾ। ਔਰ ਜਿਸ ਨੇ ਨਸ਼ੇ ਖਾ ਲੈਣੇ ਨੇ, ਮਾਂ ਬਾਪ ਨੂੰ ਤੰਗ ਕਰਕੇ ਪੈਸੇ ਲੈ ਲੈਣੇ, ਉਹਨਾਂ ਦੇ ਬਾਰੇ ਲਿਖਿਆ ਹੈ, ਜਹ ਕੁਲ ਪੂਤ ਨ ਗਿਆਨ ਵਿਚਾਰੀ। ਔਰ ਜਿਨ੍ਹਾਂ ਦੀ ਕੁਲ ਵਿੱਚ ਗਿਆਨ ਦੀ ਵਿਚਾਰ ਕਰਨ ਵਾਲਾ ਗਿਆਨ ਰੂਪੀ ਪੁੱਤਰ ਪੈਦਾ ਨਹੀਂ ਹੋਇਆ, ਤੇ ਉਹ ਹਿਰਦਾ, ਉਹ ਮਨ, ਉਹ ਧਰਤੀ, ਉਹ ਕਿਸੇ ਕੰਮ ਦੀ ਨਹੀਂ, ਉਹ ਸਤਿਕਾਰਤ ਨਹੀਂ, ਉਹ ਪੂਜਣਯੋਗ ਨਹੀਂ। ਇਸ ਕਰਕੇ ਆਮਕ ਸਿਆਣਿਆਂ ਨੇ ਕਿਹਾ ਹੈ ਨਾ, ਜਦੋਂ ਕੋਈ ਚੋਰੀ ਕਰਦਾ ਫੜਿਆ ਜਾਂਦਾ, ਕਹਿੰਦੇ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਆਖੋ, ਉਹਨੂੰ ਬੁਰਾ ਆਖੋ, ਕਿਉਂਕਿ ਉਸ ਦੀ ਜ਼ਿੰਦਗੀ ਦੇ ਵਿੱਚ ਇੱਥੇ ਪਹੁੰਚਾਉਣ ਦੇ ਵਿੱਚ ਉਹਦੀ ਮਾਂ ਦਾ ਰੋਲ ਹੈ। ਮਾਂ ਦਾ ਰੋਲ ਬੱਚਿਆਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ ਸੰਸਕਾਰ, ਆਦਤਾਂ, ਸੁਭਾਅ ਮਾਂ ਤੋਂ ਬੱਚੇ ਸਿੱਖਦੇ ਨੇ, ਪਿਤਾ ਤੋਂ ਵੀ, ਪਰ ਜ਼ਿਆਦਾ ਕਰਕੇ, ਕਿਉਂਕਿ ਬੱਚਾ ਜ਼ਿਆਦਾ ਮਾਂ ਦੇ ਕਲੋਜ਼ ਰਹਿੰਦਾ। ਇਸ ਕਰਕੇ ਮਾਂ ਨੂੰ ਆਖਿਆ ਵੀ ਆਪਣੇ ਬੱਚੇ ਨੂੰ ਤੂੰ ਭਗਤ ਯੋਧਾ ਸੂਰਮਾ ਬਣਾਉਣਾ ਹੈ। ਧਿਆਨ ਦੇਣਾ, ਔਲਾਦ ਨੂੰ ਚੰਗਾ ਬਣਾਉਣ ਦੇ ਲਈ ਹਰ ਕੋਈ ਯਤਨ ਕਰਦਾ। ਔਲਾਦ ਇਕੱਲੀ ਗੱਲਾਂ ਦੇ ਨਾਲ ਚੰਗੀ ਨਹੀਂ ਬਣਦੀ। ਗ੍ਰੰਥਾਂ ਵਿੱਚ ਤੇ ਇਹ ਲਿਖਿਆ, ਸਾਖੀਆਂ ਕਹਾਣੀਆਂ ਵਿੱਚ ਤੇ ਇਹ ਲਿਖਿਆ, ਜਦ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ, ਜੇ ਉੱਥੇ ਸੁਰਤੀ ਬਿਰਤੀ ਮਾਂ ਦੀ ਖਰਾਬ ਹੋਵੇ, ਤੇ ਉਹ ਜੰਮਣ ਵਾਲਾ ਬੱਚਾ, ਚਾਹੇ ਧੀ ਹੋਵੇ ਪੁੱਤਰ ਹੋਵੇ, ਉਹ ਵੀ ਅੱਛੀ ਸੁਰਤੀ ਬਿਰਤੀ ਵਾਲਾ ਨਹੀਂ ਬਣੇਗਾ। ਇੱਕ ਜਨਮ ਦੇਣ ਵਾਲੀ ਮਾਂ ਦੇ ਜੇ ਵਿਚਾਰ ਸ਼ੁੱਧ ਨਹੀਂ ਹੈ, ਜੇ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਮਾਂ 10-10, 12-12 ਘੰਟੇ ਟੀਵੀ ਜਾਂ ਮੋਬਾਈਲ ਦੇਖਦੀ ਹੈ, ਔਰ ਕਈਆਂ ਦੇਸ਼ਾਂ ਦੇ ਵਿੱਚ ਤੇ ਕਈ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਨੇ, ਨਸ਼ੇ ਵੀ ਪੀਤੇ ਜਾਂਦੇ ਨੇ, ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ, ਫਿਰ ਇਸ ਹਾਲਤ ਵਿੱਚ ਜਨਨੀ ਜਿਹੜਾ ਸੁੱਤ ਜਣੇ ਚਾਹੇ ਧੀ ਜਣੇ, ਉਹ ਜਿਹੜਾ ਹੈ ਉਹ ਫਿਰ ਚੰਗੀ ਸੁਰਤ ਵਿਚਾਰਾਂ ਵਾਲਾ ਨਹੀਂ ਹੋਏਗਾ। ਨੈਚੁਰਲੀ ਹੈ, ਕੁਦਰਤੀ ਹੈ। ਉਸ ਦੀ ਖੁਰਾਕ ਦਾ, ਉਸ ਦੀ ਸੋਚ ਦਾ, ਉਸ ਦੀ ਕਿਰਿਆ ਦਾ, ਉਸ ਦੇ ਬੋਲਣ ਦਾ ਸਾਰਾ ਅਸਰ ਜਿਹੜਾ ਹੈ ਉਸ ਛੋਟੇ ਜਿਹੇ ਬੱਚੇ ਦੇ ਉੱਪਰ ਪੈਂਦਾ। ਤੇ ਫਿਰ ਸੰਸਾਰ ਦੇ ਵਿੱਚ ਆਉਣ ਤੋਂ ਬਾਅਦ ਜਿੰਨਾ ਮਰਜ਼ੀ ਯਤਨ ਕਰੀ ਜਾਓ, ਬੜੀ ਮੁਸ਼ਕਲ ਦੇ ਨਾਲ ਉਹ ਰਾਹ 'ਤੇ ਪੈ ਸਕਦਾ। ਨਹੀਂ ਤੇ ਮਹਾਰਾਜ ਜੀ ਕਹਿੰਦੇ ਨੇ ਵੀ ਬੱਚੇ ਨੂੰ ਗਰਭ ਦੇ ਵਿੱਚ ਹੀ ਗਿਆਨ ਦਿੱਤਾ ਜਾ ਸਕਦਾ। ਜਦ ਉਹ ਸਿਮਰਨ ਕਰ ਸਕਦਾ ਤੇ ਫਿਰ ਹੋਰ ਗਿਆਨ ਨਹੀਂ ਲੈ ਸਕਦਾ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਜੇ ਉੱਥੇ ਐਡੀ ਵੱਡੀ ਦਾਤ ਸਿਮਰਨ ਦੀ ਮਿਲਦੀ, ਇਹ ਸਿੱਖ ਸਕਦਾ ਤੇ ਫਿਰ ਹੋਰ ਦੁਨੀਆ ਦੇ ਜਿਹੜੇ ਆ ਦਾਤਾਂ ਨੇ ਉਹ ਕਿਉਂ ਨਹੀਂ ਪ੍ਰਾਪਤ ਕਰ ਸਕਦਾ। ਇਸ ਕਰਕੇ ਜਨਨੀ ਦੇ ਬਾਰੇ ਲਿਖਿਆ ਹੋਇਆ ਹੈ ਵੀ ਜਨਨੀ ਜਨੇ ਤੋ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ, ਕਾਹੇ ਗਵਾਵੈ ਨੂਰ। ਸੋ ਆਖਿਆ ਗਿਆ, ਕਿਉਂਕਿ ਜਦ ਔਰਤ ਬੱਚੇ ਨੂੰ ਜਨਮ ਦਿੰਦੀ ਹੈ, ਉਸ ਦਾ ਸਰੀਰ ਜਿਹੜਾ ਹੈ ਉਹ ਪਹਿਲੇ ਵਾਲਾ ਨਹੀਂ ਰਹਿੰਦਾ। ਸਰੀਰ ਤੇ ਚਿਹਰੇ ਤੇ ਹਾਵ ਭਾਵ ਜਿਹੜੇ ਨੇ ਉਹ ਬਦਲ ਜਾਂਦੇ ਨੇ, ਨਿਸ਼ਾਨ ਬਦਲ ਜਾਂਦੇ ਨੇ, ਸਰੀਰ ਪਹਿਲੇ ਵਰਗਾ ਨਹੀਂ ਰਹਿੰਦਾ। ਸੋ ਕਾਹੇ ਗਵਾਵੈ ਨੂਰ। ਭਗਤ ਜੀ ਵੀ ਫਰਮਾਨ ਕਰਦੇ ਨੇ, ਜਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਿਤਾਰੀ। ਉਹਦੇ ਬਾਰੇ ਲਿਖਿਆ ਵੀ ਉਹ ਬਾਂਝ ਕਿਉਂ ਨਾ ਰਹਿ ਗਈ ਜਾਂ ਰਹਿ ਗਿਆ।
ਜਿਸ ਦੇ ਘਰ ਦੇ ਵਿੱਚ ਕੋਈ ਪ੍ਰਭੂ ਦਾ ਪਿਆਰਾ ਨਹੀਂ ਜਨਮਿਆ। ਇਹ ਸਾਰਿਆਂ ਦੇ ਲਈ ਪੰਕਤੀਆਂ ਹਨ, ਸਾਰਿਆਂ ਲਈ। ਇਸ ਲਈ ਹੁਣ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਸਾਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨਾ ਚਾਹੀਦਾ। ਗੁਰਮਤਿ ਦੀ ਸਿੱਖਿਆ ਦੇਣੀ ਚਾਹੀਦੀ, ਆਪ ਨਹੀਂ ਦੇ ਸਕਦੇ ਤੇ ਦਿਵਾਉਣੀ ਚਾਹੀਦੀ ਹੈ। ਨਹੀਂ ਤੇ ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ ਨਾ ਬਾਪ ਨੂੰ ਮਾਫ ਕਰੇਗੀ, ਨਾ ਮਾਂ ਨੂੰ ਮਾਫ ਕਰੇਗੀ। ਇਸ ਕਰਕੇ ਭਗਤ ਕਬੀਰ ਜੀ ਸਾਫ ਸਾਫ ਦੱਸ ਰਹੇ ਨੇ, ਜੇ ਜਹ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਛ ਨ ਭਈ ਮਹਤਾਰੀ, ਜਹ ਨਰ ਰਾਮ ਭਗਤ ਨੈ ਸਾਦੀ, ਜਨਮਤ ਕਛ ਨ ਮੋਹ ਅਪਰਾਧੀ। ਜਿਸ ਨੇ ਰਾਮ ਦੀ ਭਗਤੀ ਨਹੀਂ ਕੀਤੀ, ਜਿਸ ਨਰ ਨੇ ਜਹ ਨਰ ਰਾਮ ਭਗਤ ਨੈ ਸਾਦੀ, ਪ੍ਰਭੂ ਨੂੰ ਯਾਦ ਨਹੀਂ ਕੀਤਾ, ਜਨਮਤ ਕਸ ਨਾ ਮੋਹ ਅਪਰਾਧੀ, ਉਹ ਵੈਸੇ ਜੰਮਿਆ ਨਹੀਂ। ਉਹ ਕਾਹਦਾ ਜੰਮਿਆ? ਜਿਵੇਂ ਅਸੀਂ ਕਈ ਵਾਰ ਗਾਲ ਵੀ ਕੱਢ ਦਿੰਦੇ ਹਾਂ, ਸੋ ਆਪਾਂ ਇੱਥੇ ਤਾਂ ਨਹੀਂ ਬੋਲ ਸਕਦੇ। ਉਸ ਨੂੰ ਕਹਿ ਦਿੰਦੇ ਹਾਂ, ਤੈਨੂੰ ਕੀ ਇਸ ਸੰਸਾਰ ਦੇ ਵਿੱਚ ਤੇਰੇ ਕੋਲੋਂ ਕੀ ਤੋੜਿਆ ਸੀ। ਹੋਰ ਵੀ ਕਈ ਗੱਲਾਂ ਨਾਲ ਗਾਲ ਦੇ ਰੂਪ ਵਿੱਚ ਹੀ ਕਹਿੰਦੇ ਹਾਂ। ਜਦੋਂ ਕੋਈ ਬੰਦਾ ਚੰਗਾ ਕਰਮ ਨਾ ਕਰੇ, ਨਿਰਾਦਰੀ ਕਰੇ ਤੇ ਕਰਾਵੇ, ਦੁੱਖ ਦੇਵੇ ਤੇ ਦਵਾਵੇ, ਇੱਜ਼ਤ ਨੂੰ ਰੋਲ ਕੇ ਰੱਖ ਦੇਵੇ, ਤੇ ਉਹਨਾਂ ਦੇ ਲਈ ਬੜੇ ਵੱਡੇ ਵੱਡੇ ਅਲਫਾਜ਼ ਸ਼ਬਦ ਵਰਤੇ ਜਾਂਦੇ ਨੇ। ਸੋ ਭਗਤ ਜੀ ਵੀ ਫਰਮਾਨ ਕਰ ਰਹੇ ਨੇ, ਜਹ ਨਰ ਰਾਮ ਭਗਤ ਨੇ ਸਾਧੀ, ਜਨਮਤ ਕਛ ਨ ਮੋਹ ਅਪਰਾਧੀ। ਉਹਦਾ ਜੰਮਣਾ ਕੀ? ਉਹ ਤੇ ਮੋਇਆ ਹੈ, ਉਹ ਤੇ ਮੁਰਦਾ ਦੇਹੀ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਨਕੰਮਾ ਬੰਦਾ ਮੁਰਦਾ। ਜਿਹੜਾ ਆਲਸੀ ਹੈ ਨਾ, ਉਦਮ ਨਹੀਂ ਕਰਦਾ, ਉਹ ਤੇ ਮੁਰਦਾ। ਮੁਰਦੇ ਨਹੀਂ ਤੁਰਦੇ ਫਿਰਦੇ, ਤੇ ਆਲਸੀ ਵੀ ਨਹੀਂ ਤੁਰਦਾ ਫਿਰਦਾ। ਉਹ ਵੀ ਕਹਿੰਦਾ ਵੀ ਵਿਹਲਾ ਖਾਈ ਜਾਓ, ਗੱਲਾਂ ਬਾਤਾਂ ਮਰੀ ਜਾਓ, ਕਰੀ ਜਾਓ, ਨਿੰਦਿਆ ਚੁਗਲੀ ਕਰੀ ਜਾਓ ਤੇ ਖਾਈ ਪੀ ਜਾਓ। ਉਹਨਾਂ ਨੂੰ ਆਖਿਆ ਵੀ ਜਨਮਤ ਕਛ ਨ ਮੋਹ ਅਪਰਾਧੀ ਰਹਾਓ। ਉਹ ਅਪਰਾਧੀ ਜੰਮਦਾ ਮਰਦਾ ਰਹਿੰਦਾ ਹੈ, ਅਸਲ ਦੇ ਵਿੱਚ ਉਹਦਾ ਜੰਮਣਾ ਹੀ ਨਹੀਂ। ਉਹਦਾ ਜੰਮਣਾ ਨਹੀਂ। ਇਹ ਬਾਣੀ ਦੇ ਵਿੱਚ ਲਿਖਿਆ, ਗ੍ਰੰਥਾਂ ਦੇ ਵਿੱਚ ਲਿਖਿਆ। ਤੇ ਜਿਹੜੇ ਜਪਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਿ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸ਼ੋ ਲੈਨ ਮਿਲਾਏ। ਤੇ ਜਿਹੜੇ ਅਹਿਸਾਨ ਫਰਾਮੋਸ਼ ਨੇ, ਅਕਿਰਤ ਘਣ ਨੇ, ਉਹਨਾਂ ਨੂੰ ਤੇ ਧਰਤੀ ਤੇ ਬੋਝ ਤੇ ਭਾਰ ਕਿਹਾ। ਤੇ ਬਾਣੀ ਵਿੱਚ ਲਿਖਿਆ, ਉਹਨਾਂ ਦਾ ਜਿੰਨੀ ਛੇਤੀ ਹੋਵੇ ਭਾਰ ਧਰਤੀ ਤੋਂ ਹਲਕਾ ਹੋ ਜਾਣਾ ਚਾਹੀਦਾ। ਉਹਨਾਂ ਨੂੰ ਕਿਹਾ ਅਕਿਰਤ ਘਣ। ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ, ਜੀਵਨ ਆ ਗਿਆ ਉਹਨਾਂ ਨੂੰ। ਸੋ ਅਗਲੀਆਂ ਪੰਕਤੀਆਂ, ਮੁੱਚ ਮੁੱਚ ਗਰਭ ਗਏ, ਕੀਨ ਬਚਿਆ। ਭਗਤ ਕਬੀਰ ਜੀ ਕਹਿੰਦੇ ਨੇ, ਇਹ ਬਹੁਤ ਮੁੱਚ ਬੜੇ ਸਾਰੇ ਗਰਭ ਜੋਨੀਆਂ ਦੇ ਵਿੱਚ ਇਹ ਮਨੁੱਖ ਗਿਆ, ਬਚਿਆ, ਵਿੱਚੇ ਮਰਿਆ, ਕਦੀ ਆਇਆ ਕਦੀ ਗਿਆ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਮੁੱਚ ਗਰਭ ਗਏ, ਕੀਨ ਬਚਿਆ। ਪਰ ਇਹ ਨਾਮ ਤੋਂ ਬਿਨਾਂ ਕਿਵੇਂ ਬਚਿਆ ਰਿਹਾ? ਕਿਵੇਂ ਬਚੇਗਾ? ਕਿਵੇਂ ਬਚੇਗਾ? ਨਾਮ ਤੋਂ ਬਿਨਾਂ ਬਚੇਗਾ ਨਹੀਂ, ਸੱਚ ਤੋਂ ਬਿਨਾਂ ਬਚੇਗਾ ਨਹੀਂ, ਧਰਮ ਤੋਂ ਬਿਨਾਂ ਬਚੇਗਾ ਨਹੀਂ। ਅਸੀਂ ਕਹਿੰਦੇ ਹਾਂ, ਲੈ ਉਹ ਤੇ ਲੋਕੀ ਬੜੇ ਸੋਹਣੇ ਖਾਂਦੇ ਪੀਂਦੇ ਤੁਰਦੇ ਫਿਰਦੇ, ਕੋਈ ਚੱਕਰ ਹੀ ਨਹੀਂ ਉਹਨਾਂ ਨੂੰ, ਕੋਈ ਰੱਬ ਰੁੱਬ ਨਹੀਂ ਕਰਦੇ, ਉਹ ਬਚੇ ਨਹੀਂ, ਉਹ ਤੇ ਬੜੇ ਦੁਖੀ ਹੈ। ਬਚਣ ਦਾ ਮਤਲਬ ਸੁਖੀ ਹੋਣਾ ਹੈ। ਤੇ ਜਿਹੜਾ ਕਲਪਨਾ ਦੇ ਵਿੱਚ ਹੈ, ਜਿਹੜਾ ਤੰਗ ਹੈ, ਜਿਹੜਾ ਕਲੇਸ਼ ਦੇ ਵਿੱਚ ਹੈ, ਜਿਹੜਾ ਕਲਪਨਾ ਦੇ ਵਿੱਚ ਹੈ, ਜਿਹੜਾ ਚਿੰਤਾ ਦੇ ਵਿੱਚ ਹੈ, ਉਹ ਜਿਉਣ ਥੋੜ੍ਹਾ ਹੁੰਦਾ, ਉਹ ਬਚਣਾ ਥੋੜ੍ਹਾ ਹੁੰਦਾ। ਉਹ ਤੇ ਪਲ ਪਲ ਦੀ ਮੌਤ ਜਿਹੜੀ ਹੈ ਉਹ ਜੀ ਰਿਹਾ ਹੁੰਦਾ, ਰੋਜ਼ ਮਰਦਾ, ਹਰ ਪਲ ਮਰਦਾ।
परेशान बंदा जिहड़ा है, बहुत ज़्यादा परेशान बंदा जिहड़ा है, वो मौत के बराबर है उसका हर पल। और मौत उसनों नहीं कहते, उदों तो होश नहीं होंदी जो मौत होंदी है प्रॉपर। जिन्हों होंदी है उन्हों होंदी है, पर ज़्यादा तो पता ही नहीं लगता भी ये की हो रहा है। इस करके जिउंदे जी ये सारिया चीज़ां जिउंदे जी वरतियां जांदियां जां वरतदियां हन। मुच मुच गर्भ गए कीन बचिया, बुढ़ भुज रूप जीवै जग मजिया। बुढ़ भुज हुंदा डुड्डा, पंजाबी दे विच डुड्डा घट ही पता होना, जां इदां भी कह लीए कोई सखना कोड़ी, हैंडीकैप भी कह सकते हैं, जिहदा प्रॉपर शरीर ना हो। सो भगत जी कहते ने बुढ़ भुज रूप जीवै जग मजिया। बंदगी तो सखना बंदा इस तरह जिमें कोई डुड्डा कोड़ी हो, जिहड़ा सही तरह चल नहीं सकता होवे, जिहड़ा चंगी तरह बह नहीं सकता होवे, उन्होंने असीं पंजाबी लोग डुड्डा कहने आ। बहुत घट इस शब्द बारे पता है। को कबीर जी दस रहे हैं, कहते वो डुड्डा है, वो कोड़ी है, वो जिमें पूरा शरीर जिसका ना होवे ते उसको तुरया नहीं जाता, जिमें कोड़ी एवें घड़ीस घड़ीस के तुरते हैं ना। तुसीं देखना किधरे बाहर मंदिर गुरुद्वारियां दे बैठे होंदे ने, वो अपनियां लत्तां बाहां नूं ऐ घसीट के लम्मे पै के तुरते ने। महाराज जी कहते वो इस तरह दे, वो बुढ़ भुज रूप जीवै जग मजिया। वो बंदगी तो सखना बंदा कोड़ी डुड्डे वर्गा है, भावें वो चलदा फिरदा, भावें वो देखदा, भावें वो गाने गीत सुनदा है। उन्होंने महाराज जी ने आहा पिछल रात ना जागियो जीवदियां मोयोए। बाणी भगत जी की कहती है कि जिहड़े जागदे नहीं पिछल रात, वो जीवदियां जिउंदे जी मोए हन। बाणी विच लिखिया। सो भगत कबीर जी की आखिरी पंक्ति इस शब्द की, कहो कबीर जैसे सुंदर स्वरूप, नाम बिना कैसे कुबुज करूप। जो मनुख नाम तू हीने हन, नाम तू सकने हन, भावें वो सोहणे क्यों ना होण, उच्चे लम्मे क्यों ना होण, तकड़े मोटे क्यों ना होण, नैन नक्श तिखे क्यों ना होण, रंग गोरे क्यों ना होण। इत्थे लिखिया सुंदर स्वरूप, जिसका सुंदर स्वरूप हुंदा है, ਉਹਦੇ ਵਾਲੇ ਉਹਦੇ ਬਾਰੇ ਨੈਣ ਨਕਸ਼ ਦੀ ਗੱਲ ਕੀਤੀ ਜਾਂਦੀ ਹੈ। ਨੈਣ ਨਕਸ਼ ਜਦੋਂ ਪਰਖੇ ਜਾਂਦੇ ਨੇ, ਫਿਰ ਉਸ ਨੂੰ ਸੁੰਦਰਤਾ ਦਾ ਖਿਤਾਬ ਦਿੱਤਾ ਜਾਂਦਾ। ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਮਿਸ ਇੰਡੀਆ, ਮਿਸ ਯੂਨੀਵਰਸ, ਮਿਸ ਵਰਲਡ ਚੁਣੀ ਜਾਂਦੀ ਹੈ, ਜਾਂ ਸਿੰਘ ਵੀ ਚੁਣੇ ਜਾਂਦੇ ਨੇ, ਆਹ ਕੰਪੀਟੀਸ਼ਨ ਹੁੰਦੇ ਨੇ, ਤੇ ਮਿਸਟਰ ਵੀ ਚੁਣੇ ਜਾਂਦੇ ਹਨ। ਉਹਨਾਂ ਦੇ ਸਰੀਰ ਨੂੰ, ਉਹਨਾਂ ਦੇ ਨੈਣ ਨਕਸ਼ਾਂ ਨੂੰ, ਇੱਥੋਂ ਤੱਕ ਉਹਨਾਂ ਦੀ ਬੋਲਬਾਣੀ ਨੂੰ ਵੀ ਸੁਣਿਆ ਜਾਂਦਾ, ਉਹਨਾਂ ਦੀ ਕਿਰਿਆ ਨੂੰ ਦੇਖਿਆ ਜਾਂਦਾ, ਤੁਰਨਾ ਦੇਖਿਆ ਜਾਂਦਾ, ਉਹਨਾਂ ਦਾ ਦੇਖਣਾ ਵੀ ਦੇਖਿਆ ਜਾਂਦਾ ਵੀ ਇਹ ਕਿਸ ਹਰਕਤ ਨਾਲ ਤੁਰਦਾ, ਦੇਖਦਾ। ਇਹ ਸਾਰੀਆਂ ਚੀਜ਼ਾਂ ਦੇਖ ਕੇ ਉਹਨਾਂ ਨੂੰ ਖਿਤਾਬ ਦਿੱਤਾ ਜਾਂਦਾ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਜਿਹੜੇ ਮਨੁੱਖ ਦੇਖਣ ਨੂੰ ਸੋਹਣੇ ਲੱਗਦੇ ਆ, ਉੱਚੇ ਲੰਮੇ ਨੈਣ ਨਕਸ਼ ਤਿੱਖੇ ਰੰਗ ਗੋਰੇ ਸੁੰਦਰ। ਪਰ ਬਾਣੀ ਦੀ ਇੱਕ ਹੋਰ ਪੰਕਤੀ ਅਸੀਂ ਪੜ੍ਹਦੇ ਹਾਂ, ਨਾਮਹੀਨ ਕਾਲਕ ਮੁਖ ਮਾਇਆ। ਨਾਮਹੀਨ ਕਾਲਕ ਮੁਖ ਮਾਇਆ, ਨਾਮ ਬਿਨਾ ਧ੍ਰਿਗ ਧ੍ਰਿਗ ਜੀਵਾਇਆ। ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮੋਹ ਪਾਏ। ਨਾਮ ਬਿਨਾ ਨਹੀਂ ਜੀਵਿਆ ਜਾਏ, ਵੱਡੇ ਭਾਗ ਗੁਰਮੁਖ ਹਰ ਪਾਏ। ਨਾਮ ਜਪੋ ਮੇਰੇ ਸਾਜਨ ਸੈਨਾ,
नाम बिना मैं अवर ना कोई, वड्डे भाग गुरमुख हर लैना। आखिरी पंक्तियां ने इस शब्द दियां, वड्डा वड्डा हर भाग कर पाया, नानक गुरमुख नाम दी वाया। जिस कोल नाम दी बरकत नहीं, जिनके पल्ले धन वसे, तिनका नाम फकीर। जिनके हिरदे तू वसे, ते नर गुणी गहीर। ਵੱਡਾ ਬਾਣੀ ਵਿੱਚ ਉਸ ਨੂੰ ਗਿਣਿਆ, ਉੱਤਮ ਉਸ ਨੂੰ ਗਿਣਿਆ ਜਿਸ ਕੋਲ ਰਾਮ ਦਾ ਨਾਮ ਹੈ। ਅਮੀਰ ਨੂੰ ਉੱਤਮ ਨਹੀਂ ਗਿਣਿਆ ਗਿਆ। ਰੋਜ਼ ਪੜ੍ਹਦੇ ਸੁਣਦਿਆਂ ਕੌਣ ਵੱਡਾ, ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਜਿਹੜਾ ਸੋਹਣਾ ਮਨੁੱਖ ਹੈ ਕੀ ਉਹ ਚੰਗਾ ਹੈ, ਉਹ ਪ੍ਰਵਾਨ ਹੈ। ਇਹਦੇ ਬਾਰੇ ਹੋਰ ਪੰਕਤੀ ਇੱਕ ਪੜ੍ਹ ਲੈਂਦੇ ਹਾਂ। ਅਤ ਸੁੰਦਰ ਕੁਲੀਨ ਚਤਰ, ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ। ਬਹੁਤ ਹੀ ਸੁੰਦਰ ਮਨੁੱਖ, ਬਹੁਤ ਹੀ ਸੁੰਦਰ ਮਨੁੱਖ, ਚਾਹੇ ਇਸਤਰੀ ਦੇ ਰੂਪ ਦੇ ਵਿੱਚ ਚਾਹੇ ਮਰਦ ਦੇ ਰੂਪ ਦੇ ਵਿੱਚ ਹੋਵੇ, ਬਹੁਤ ਕੁਲੀਨ, ਬਹੁਤ ਸੁੰਦਰ, ਅਤ ਸੁੰਦਰ ਕੁਲੀਨ ਚਤਰ, ਬਹੁਤ ਚਤੁਰਾਈ ਜਾਣਦਾ ਹੋਵੇ ਔਰ ਕਿਸੇ ਨੂੰ ਜਿੱਤਣ ਨਾ ਦਿੰਦਾ ਹੋਵੇ, ਗੱਲਾਂ ਦਾ ਖਟਿਆ ਖਾਂਦਾ ਹੋਵੇ, ਐਵੇਂ ਹੀ ਰੋਹਬ ਰੱਖਦਾ ਹੋਵੇ। ਚੰਚਲ ਚਤਰ ਜਿਹੜਾ ਬੰਦਾ ਉਹ ਇਸੇ ਤਰ੍ਹਾਂ ਹੀ ਕਰਦਾ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਜਿਹਦੇ ਮੂੰਹ ਦੇ ਵਿੱਚੋਂ ਗਿਆਨ ਦੀਆਂ ਗੱਲਾਂ, ਕੇਵਲ ਗਿਆਨ ਦੀਆਂ ਗੱਲਾਂ ਨਿਕਲਦੀਆਂ ਹੋਣ, ਅਮਲ ਨਾ ਹੋਵੇ। ਕੱਲਾ ਗਿਆਨੀ ਗਿਆਨ ਨਹੀਂ ਕਰਾਉਂਦਾ, ਧਿਆਨ ਦੇਣਾ। ਮਹਾਰਾਜ ਜੀ ਕਹਿੰਦੇ ਜੱਗ ਵਿੱਚ ਜਿੰਨੇ ਵੀ ਲੋਕ ਨੇ ਸਾਰੇ ਗਿਆਨੀ ਸਮਝਦੇ ਆਪਣੇ ਆਪ ਨੂੰ। ਇੱਕ ਤੇ ਗਿਆਨੀ ਉਹ ਹੈ ਨਾ ਜਿਹੜਾ ਧਾਰਮਿਕ ਸਥਾਨ ਤੋਂ ਬੋਲਦਾ। ਤੇ ਦੁਨੀਆ ਦੇ ਵਿੱਚ ਹਰ ਘਰ ਦੇ ਵਿੱਚ ਹਰ ਗਿਆਨੀ ਧਿਆਨੀ ਬਣ ਕੇ ਬੈਠਾ ਹੈ। ਗਵਾਂਢ ਦੇ ਵਿੱਚ, ਮਹੱਲੇ ਦੇ ਵਿੱਚ ਕਹਿੰਦਾ ਮੇਰੇ ਨਾਲੋਂ ਸਿਆਣਾ ਕੋਈ ਨਹੀਂ। ਬਾਣੀ ਵਿੱਚ ਲਿਖਿਆ, ਸੁਣੋ। ਆਪਸ ਕੋ ਦੀਰਘ ਕਰ ਜਾਣੈ, ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ। ਆਪਣੇ ਆਪ ਨੂੰ ਸਿਆਣਾ, ਗਿਆਨੀ, ਧਿਆਨੀ ਤੇ ਵੱਡਾ ਬਾਣੀ ਵਿੱਚ ਲਿਖਿਆ ਹਰ ਕੋਈ ਸਮਝਦਾ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੈ। ਸਾਰੇ ਕਹਿੰਦੇ ਮੈਂ ਕਿਸੇ ਨਾਲੋਂ ਘੱਟ ਹਾਂ, ਵੀ ਕੋਈ ਗੱਲ ਨਹੀਂ ਸੱਜਣਾ, ਰੱਬ ਨਾ ਘਟਾਵੇ ਉੱਦਾਂ ਕੋਈ ਗੱਲ ਨਹੀਂ। ਪੈਸੇ ਖੁਣੋ, ਪੈਸੇ ਪੱਖੋਂ ਘਟ ਜਾਏ ਨੁਕਸਾਨ ਨਹੀਂ ਹੋਏਗਾ। ਕੋਈ ਚੀਜ਼ ਚਲੀ ਜਾਏ ਕੋਈ ਬਹੁਤਾ ਘਾਟਾ ਨਹੀਂ ਪਏਗਾ। ਜੇ ਮਾਲਕ ਵਿਸਰ ਗਿਆ, ਜੇ ਜ਼ਿੰਦਗੀ ਦੇ ਵਿੱਚੋਂ ਨਾਮ, ਦਇਆ, ਪੁੰਨ, ਗਿਆਨ ਚਲਾ ਗਿਆ ਨਾ, ਇਹ ਬੜੀ ਭੈੜੀ ਮੌਤ ਹੈ। ਇਹ ਘਾਟਾ ਨਹੀਂ ਪੂਰਾ ਹੋ ਸਕਦਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਔਦ, ਘਟੇ ਤਨ ਸੀਜੇ ਔਦ, ਘਟੇ ਦਿਨ ਸਿਰ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਇਹ ਜ਼ਿੰਦਗੀ ਦੇ ਵਿੱਚ ਬੀਤ ਰਿਹਾ ਸਮਾਂ, ਚੱਲ ਰਹੇ ਸਾਹ, ਮੁੱਕ ਰਹੇ ਸਾਹ, ਇਹ ਬੜਾ ਵੱਡਾ ਘਾਟਾ ਹੈ। ਇਹ ਨਾ ਕਿਸੇ ਨੂੰ ਪਵੇ। ਸੋ ਭਗਤ ਕਬੀਰ ਜੀ ਕਹਿੰਦੇ ਜੇ ਬਹੁਤ ਕੋਈ ਸੋਹਣਾ ਸੁੰਦਰ ਹੈ, ਮੈਂ ਉਹਨੂੰ ਕਰੂਪ ਕਹਿੰਦਾ। ਕਰੂਪ, ਸੋਹਣੇ ਸਰੂਪ ਨੂੰ ਕੀ ਕਰਨਾ? ਜੇ ਦਿਲ ਅੰਦਰ ਆਤਮਾ ਚੱਜਦੀ ਨਹੀਂ, ਧਿਆਨ ਦੇਣਾ। ਕਿਸੇ ਦੇ ਸੋਹਣੇ ਮੁਖੜੇ ਨੂੰ, ਸਰੀਰ ਨੂੰ ਕੀ ਕਰਨਾ ਜਦ ਮੂੰਹ ਦੇ ਵਿੱਚੋਂ ਬੋਲ ਚੰਗੇ ਨਹੀਂ, ਉਹਦਾ ਦੇਖਣਾ ਚੰਗਾ ਨਹੀਂ, ਉਹਦਾ ਵਿਵਹਾਰ ਚੰਗਾ ਨਹੀਂ, ਉਹਦਾ ਮਿਲਾਪ ਚੰਗਾ ਨਹੀਂ, ਉਹਦਾ ਬਹਿਣਾ ਚੰਗਾ ਨਹੀਂ, ਉਹਦੀ ਕਿਰਿਆ ਚੰਗੀ ਨਹੀਂ। ਉਹ ਤੇ ਬੜੇ ਸੋਹਣੇ ਸੀ, ਮਸੰਦ, ਸੋਹਣੀ ਪੱਗ ਬੰਨ੍ਹਦੇ ਸੀ ਗੋਲ, ਸੋਹਣਾ ਪਜਾਮੀ ਪਾਉਂਦੇ ਸੀ, ਸੋਹਣਾ ਕੁੜਤਾ ਪਾਉਂਦੇ ਸੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਕੱਠੇ ਕਰਕੇ ਲਿਆਓ ਤੇ ਸਾੜ ਸੁੱਟੇ ਉਹਨਾਂ ਨੂੰ। ਮਤਲਬ ਗੁਰੂ ਤੇ ਜੀਵਨ ਦਿੰਦਾ, ਗੁਰੂ ਮਾਰਦਾ ਕਿਉਂ ਹੈ? ਧਿਆਨ ਦੇਣਾ। ਜਦੋਂ ਬੰਦੇ ਦੀ ਜ਼ਮੀਰ ਮਰ ਜਾਏ, ਜਦੋਂ ਡਿਸਿਪਲਨ ਨਾ ਰਹੇ, ਜਦੋਂ ਬੰਦਾ ਧਰਮ ਦੀ ਆੜ ਦੇ ਵਿੱਚ ਕੁਕਰਮ ਕਰੇ, ਜਦੋਂ ਕਿਸੇ ਦਾ ਸ਼ੋਸ਼ਣ ਕਰੇ ਹਰ ਪ੍ਰਕਾਰ ਤੋਂ,
ਧਰਮ ਦੀ ਆੜ ਦੇ ਵਿੱਚ ਆ ਕੇ ਤੇ ਗੁਰੂ ਸਾਹਿਬ ਉਹਨੂੰ ਬਖਸ਼ਦੇ ਨਹੀਂ। ਉਹ ਨਹੀਂ ਦੇਖਦੇ ਵੀ ਇਹ ਚੰਗਾ, ਇਹ ਸੋਹਣਾ, ਇਹ ਕਿਸ ਤਰ੍ਹਾਂ ਦਾ, ਨਾ। ਇਸ ਕਰਕੇ ਜਦੋਂ ਇਨਸਾਫ ਦੀ ਗੱਲ ਹੁੰਦੀ ਹੈ ਉੱਥੇ ਚਿਹਰੇ ਨਹੀਂ ਦੇਖੇ ਜਾਂਦੇ, ਉੱਥੇ ਕਰਮ ਦੇਖੇ ਜਾਂਦੇ। ਜਦ ਇਨਸਾਫ ਦੇ ਤਰਾਜੂ ਤੇ ਸੱਚ ਤੇ ਝੂਠ ਨੂੰ ਰੱਖਿਆ ਜਾਂਦਾ ਨਾ, ਆਪੇ ਕੰਡਾ ਤੋਲ ਤਰਾਜੀ ਪ੍ਰਭ ਆਪੇ ਤੋਲਨਹਾਰਾ, ਆਪੇ ਦੇਖੇ ਆਪੇ ਬੂਝੇ ਆਪੇ ਹੈ ਵਣਜਾਰਾ। ਉਹ ਜਦੋਂ ਇਨਸਾਫ ਦੇ ਤਰਾਜੂ ਤੇ ਸਾਡੇ ਕਰਮਾਂ ਨੂੰ ਰੱਖਦਾ ਤੇ ਚੁਣ ਕੇ ਵੱਖ ਵੱਖ ਕੱਢ ਦਿੰਦਾ, ਚੰਗੇ ਤੇ ਮਾੜੇ ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ। ਮਹਾਰਾਜ ਜੀ ਕਹਿੰਦੇ ਝੂਠੇ ਫਰੇਬੀ ਬਨਾਵਟੀ ਭੇਖੀ, ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ। ਉਹਨਾਂ ਦੇ ਸੁਜਾਖੇ ਨਹੀਂ, ਕਈਆਂ ਦੇ ਉਜਲੇ ਹੁੰਦੇ ਨੇ, ਕਈਆਂ ਦੇ ਕਾਲੇ। ਨਾਨਕ ਤੇ ਮੁਖੀ ਉਜਲੇ, ਜਿਹੜੇ ਰੱਬ ਦੇ ਪਿਆਰੇ ਉਹਨਾਂ ਦੇ ਤੇ ਉਜਲੇ ਹੈ ਤੇ ਰਹਿਣੇ ਨੇ, ਤੇ ਜਿਹੜੇ ਉਹ ਨੇ ਦਾਗੀ ਨੇ ਮੋਹ ਕਾਲੇ ਦੋਜਕ ਚਾਲੇ ਆ। ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ, ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ। ਇਹ ਜਿਹੜਾ ਦੂਜੇ ਸੀ ਨਾ ਫਰੇਬੀ, ਇਹ ਬਸ ਜਿਹੜੇ ਲੋਕਾਂ ਨੂੰ ਠੱਗਦੇ ਸੀ ਤੇ ਇਹਨਾਂ ਨੂੰ ਤੇ ਆਪ ਠੱਗ ਲਿਆ, ਠੱਗੀ ਨੇ ਖੁਦ ਨੂੰ ਠੱਗ ਲਿਆ। ਮਤ ਕੋਈ ਸਮਝੇ ਵੀ ਮੈਂ ਉਸ ਨੂੰ ਠੱਗ ਲਿਆ, ਤੈਨੂੰ ਤੇ ਤੇਰੇ ਕਰਮ ਨੇ ਠੱਗ ਲਿਆ, ਤੈਨੂੰ ਪਤਾ ਹੀ ਨਹੀਂ ਚੱਲਿਆ। ਸੋ ਇਸ ਕਰਕੇ ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬੁਝ ਕਰੂਪ। ਸੋ ਨਾਮ ਤੋਂ ਬਿਨਾ ਉਹ ਲੋਕ ਕੋਝੇ ਰੂਪ ਵਾਲੇ ਨੇ। ਕੁਬੁਝ ਮਤਲਬ ਬਦ ਸ਼ਕਲ, ਬਦ ਸ਼ਕਲ ਸ਼ਬਦ ਲਿਖਿਆ ਅਰਥ। ਉਹ ਲੋਕ ਜਿਹੜੇ ਨੇ ਉਹ ਬਦ ਸ਼ਕਲ ਨੇ, ਉਹ ਕਰੂਪ ਨੇ। ਕਰੂਪ ਦਾ ਮਤਲਬ ਜਿਹਦਾ ਰੂਪ ਨਾ ਚੰਗਾ ਹੋਵੇ, ਬਾਣੀ ਮੁਤਾਬਕ ਉਹ ਲੋਕ ਬਦ ਸ਼ਕਲ ਨੇ, ਉਹ ਕਰੂਪ ਨੇ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ। ਜਿਸ ਦੇ ਕੋਲ ਰੱਬ ਦਾ ਨਾਮ ਹੈ, ਉਹ ਚਾਹੇ ਉਸ ਦਾ ਕੋਈ ਵੀ ਰੰਗ ਹੋਵੇ, ਕੋਈ ਵੀ ਕੱਦ ਕਾਟ ਹੋਵੇ, ਉਹ ਜੈਸਾ ਮਰਜ਼ੀ ਹੋਵੇ, ਗੁਰੂ ਉਹਨੂੰ ਸੋਹਣਾ ਗਿਣਦਾ, ਗੁਰੂ ਉਸ ਨੂੰ ਪਿਆਰਾ ਸਮਝਦਾ। ਸੋ ਗੁਰੂ ਉਸ ਨੂੰ ਪ੍ਰਵਾਨ ਕਰਦਾ, ਗੁਰੂ ਉਸ ਨੂੰ ਅਸੀਸ ਦਿੰਦਾ, ਗੁਰੂ ਉਸ ਨੂੰ ਆਪਣੇ ਗਲੇ ਨਾਲ। ਸੋ ਇਸ ਕਰਕੇ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ, ਜੋ ਭਗਤ ਕਬੀਰ ਜੀ ਦਾ ਸ਼ਬਦ ਮਹਾਰਾਜ ਨੇ ਸਾਨੂੰ ਸ਼ਰਵਣ ਕਰਵਾਇਆ। ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ ਔਰ ਸਾਡਾ ਜੀਵਨ ਗੁਰਮਤਿ ਵਾਲਾ ਬਣੇ। ਮਹਾਰਾਜ ਜੀ, ਅਸੀਂ ਖਿਨ ਖਿਨ ਭੁੱਲਣਹਾਰ ਹਾਂ, ਖਿਨ ਖਿਨ ਗੁਨਾਹਾਂ ਦੇ ਭਰੇ ਪੁਤਲੇ ਹਾਂ, ਅਪਰਾਧੀ ਹਾਂ, ਔਰ ਸਾਡੇ ਔਗਣਾਂ ਨੂੰ ਬਖਸ਼ ਦੇਣਾ, ਸਾਨੂੰ ਬਖਸ਼ ਦੇਣਾ, ਸਾਨੂੰ ਸਿੱਧੇ ਰਾਹ ਪਾ ਦੇਣਾ, ਸਾਨੂੰ ਆਪਣੀ ਗੋਦ ਦਿੰਦੇ ਰਹਿਣਾ, ਕਦੀ ਵੀ ਗੋਦ ਤੋਂ ਦੂਰ ਨਾ ਜਾਈਏ। ਮਹਾਰਾਜ, ਜਿਸ ਵੀ ਹਾਲਤ ਵਿੱਚ ਹੋਈਏ, ਤੇਰਾ ਨਾਮ ਭਜਨ ਸਿਮਰਨ ਹੋਸ਼ ਵਿੱਚ ਰਹੀਏ, ਤੇਰੇ ਗੁਣ ਗਾਉਂਦੇ ਰਹੀਏ। ਅਸੀਂ ਤੁਹਾਡੇ ਨਾਲ ਪਾਤਸ਼ਾਹ ਜੀ ਰਹਿਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਰੋਜ਼ ਦਰਸ਼ਨ ਚਾਹੁੰਦੇ ਹਾਂ, ਸਾਨੂੰ ਆਪਣੇ ਦਰਸ਼ਨ ਦਿੰਦੇ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।